ਤੇ ਸਾਰੀ ਜ਼ਿੰਦਗੀ ਤਿਆਰੀ 'ਚ ਹੀ ਆਪਣਾ ਸਮਾਂ ਗਵਾ ਬੈਠਦੇ ਨੇ। ਭਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ, ਪੂਛਕ ਹੈ ਪਤਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ, ਕਿਵੇਂ ਪਹੁੰਚੇ? ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹੈ। ਹਾਂ, ਇੱਕ ਦਫਾ ਦੇ ਸਾਰੀ ਦੁਨੀਆ ਬਦਲ ਜਾਂਦੀ। ਲੱਖਾਂ ਦਫਾ ਬੋਲਣ ਨਾਲ ਮਨ ਦੀ ਦੁਨੀਆ ਨਹੀਂ ਬਦਲੇਗੀ। ਇਹ ਵੀ ਅਰਜ਼ ਕਰਾਂ, ਮੈਨੂੰ ਗਾਲਬਨ 48 ਸਾਲ ਕਥਾ ਕਰਦਿਆਂ ਹੋ ਗਏ। ਜ਼ਿੰਦਗੀ ਦਾ ਬਹੁਤ ਵੱਡਾ ਭਾਗ ਇਸ ਲਾਈਨ 'ਚ ਮੈਂ ਬਤੀਤ ਕੀਤਾ। ਬੜੇ ਲੰਬੇ ਸਮੇਂ ਤੋਂ ਬਾਅਦ ਇਹ ਗੱਲ ਮੇਰੀ ਸਮਝ 'ਚ ਆਈ। ਲੋਕੀ ਕਥਾ ਪੇ ਕਰਦੇ ਨੇ, ਕੀਰਤਨ ਪੇ ਕਰਦੇ ਨੇ, ਸੁਣਦੇ ਪਏ ਨੇ। ਕੋਈ ਆਨੰਦ ਹੋਵੇ, ਖੇੜਾ ਹੋਵੇ, ਖੁਸ਼ੀ ਹੋਵੇ, ਸਮਾਧੀ ਹੋਵੇ, ਮਹਾਰਸ ਹੋਵੇ, ਫਿਰ ਹੈ ਨਹੀਂ। ਤੋ ਖੇਡ ਕੁਛ ਹੋਰ ਹੋਵੇਗੀ, ਗੱਲ ਕੁਛ ਹੋਰ ਹੋਵੇਗੀ। ਫਿਰ ਜੋ ਕੁਝ ਮੇਰੀ ਸਮਝ 'ਚ ਆਇਆ ਸਭ ਤਿਆਰੀ ਹੈ ਚੱਲਣ ਦੀ, ਚੱਲਣਾ ਨਹੀਂ ਹੈ। ਨਹੀਂ ਚੱਲਣਾ ਕੀ ਹੈ? ਮਨ ਸੁਣੇ, ਇੱਕ ਦਫਾ ਮਨ ਸੁਣੇ, ਮਨ ਨਿਰਮਲ ਹੋ ਜਾਏਗਾ। ਇੱਕ ਦਫਾ ਮਨ ਸੁਣੇ, ਸਾਰੇ ਪਾਪ ਮਨ ਚੋਂ ਨਿਕਲ ਜਾਣਗੇ। ਇੱਕੋ ਹੀ ਦਫਾ ਮਨ ਸੁਣੇ, ਮਾਨਸਿਕ ਰੋਗ ਸਾਰੇ ਦੇ ਸਾਰੇ ਚਲੇ ਜਾਣਗੇ। ਫਿਰ ਸਰੀਰਕ ਰੋਗ ਵੀ ਚਲਾ ਜਾਏਗਾ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨੇ ਇਹ ਲਿਖਤਾ ਨੇ। ਇੱਕ ਸੱਜਣ ਨੇ ਸੀਜਗਨ ਹਿੰਮਤ ਨਾਲ ਕਹਿ ਦਿੱਤਾ, ਗਿਆਨੀ ਜੀ ਸਰੀਰ ਦੇ ਤੁਹਾਡਾ ਵੀ ਰੋਗ ਹੈ। ਮੈਂ ਕਹਾ, ਮੈਂ ਵਕਤਾ ਕੋਈ ਸਰੋਤਾ ਥੋੜੀ, ਵਕਤਾ ਕਬੂਲ ਕਰਨਾ। ਮੇਰਾ ਮਨ ਨਹੀਂ ਸੁਣਦਾ, ਔਖਾ ਹੈ। ਕੋਸ਼ਿਸ਼ ਕਰਦੇ ਆ। ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸਰੋਤਾ। ਵਕਤਾ ਬੋਲਦੇ ਆ, ਪਾਠ ਕਰਦੇ ਆ, ਜਪ ਕਰਦੇ ਆ, ਮਨ ਨਹੀਂ ਸੁਣਦਾ। ਕਦੀ ਬੈਠੋਗੇ ਅੰਮ੍ਰਿਤ ਵੇਲੇ ਕਰਕੇ ਦੇਖਣਾ, ਮਨ ਨਹੀਂ ਸੁਣਦਾ। ਜਾਂ ਜਿਹੜੇ ਕਰਦੇ ਹੋਣਗੇ ਜ਼ਰੂਰ ਅਨੁਭਵ ਹੋਇਆ, ਨਹੀਂ ਸੁਣਦਾ। ਇਸੇ ਨੂੰ ਗੁਰੂ ਨਾਨਕ ਨੇ ਕਹਿ ਦਿੱਤਾ, ਆਖਣ ਔਖਾ ਸਾਚਾ ਨਾ। ਮਹਾਰਾਜ ਕੀ ਔਖਾ ਹੈ? ਕਿਉਂ ਔਖਾ ਹੈ? ਜ਼ਿਕਰ ਪੈ ਕਰ ਦੋ। ਮੈਂ ਕੋਣੇ 2 ਮਿੰਟ 10 ਦਫਾ ਕਹਿ ਲੈਣਾ ਵਾਹਿਗੁਰੂ 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 ਵਾਹਿਗੁਰੂ। ਕੀ ਔਖਾ? ਨਹੀਂ, ਬਹੁਤ ਔਖਾ, ਬਹੁਤ ਔਖਾ। ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ? ਸਵਾਸਾਂ ਦੇ ਆਸਰੇ ਤੇ ਸਵਾਸਾਂ ਦੀ ਗਤੀ ਕੀ ਹੈ? ਇੱਕ ਬਾਹਰ ਜਾਂਦਾ ਹੈ, ਇੱਕ ਅੰਦਰ ਲੈ ਜਾਂਦਾ ਹੈ। ਜਦ ਅੰਦਰ ਲੈ ਜਾਈਏ ਤੇ ਉਹਨਾਂ ਕੀ ਬਾਹਰ ਕਿਉਂ ਕੱਢਣਾ ਹੈ? ਜ਼ਿੰਦਾ ਰਹਿ ਸਕਾਂਗੇ। ਤੇ ਜੇ ਬਾਹਰ ਕੱਢੇ ਤਾਂ ਹੁਣ ਆਖੀ ਅੰਦਰ ਕਿਉਂ ਲੈ ਜਾਈਏ? ਜ਼ਿੰਦਾ ਰਹਿ ਸਕਾਂਗੇ। ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ ਹੈ। ਵਾਹਿਗੁਰੂ ਚੱਲਦਾ ਤੇ ਅੰਦਰ ਬਾਹਰ ਪ੍ਰਗਟ ਹੁੰਦਾ ਹੈ। ਔਰ ਇਹਨੂੰ ਅੰਦਰ ਲੈ ਜਾ। ਸਵਾਸ ਬਾਹਰ ਗਏ, ਸਵਾਸ ਅੰਦਰ ਆਇਆ। ਇਹ ਜ਼ਿੰਦਗੀ ਹੈ। ਸ਼ਬਦ ਬਾਹਰ ਪ੍ਰਗਟ ਹੋਇਆ, ਹੁਣ ਅੰਦਰ ਪ੍ਰਵੇਸ਼ ਕਰੇ। ਇਹ ਧਾਰਮਿਕ ਜ਼ਿੰਦਗੀ ਹੈ। 50 ਸਾਲ ਤੋਂ ਕੀਰਤਨ ਕਈ ਕਰਦੇ ਪੈਨੇ, ਮਜਾਲ ਇੱਕ ਪੰਕਤੀ ਅੰਦਰ ਜਾਏ, ਖਾਦੀ ਨਹੀਂ ਹੈ। ਸਵਾਸ ਬਾਹਰ ਸੁੱਟੇ ਰਹੇ, ਅੰਦਰ ਨਹੀਂ ਲੈ ਰਹੇ। ਜ਼ਿੰਦਗੀ ਬਣੀ ਨਹੀਂ, ਧਰਮ ਦੀ ਜ਼ਿੰਦਗੀ ਬਣੀ। ਸਾਰੀ ਜ਼ਿੰਦਗੀ ਧਾਰਮਿਕ ਮੰਦਰਾਂ 'ਚ ਰਹਿ ਗਏ, ਧਾਰਮਿਕ ਨਹੀਂ ਨੇ। ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ, ਧਾਰਮਿਕ ਨਹੀਂ ਨੇ। ਜੇ ਕੋ ਖਾਵੇ, ਜੇ ਕੋ ਪਹੁੰਚੇ। ਹੁਣ ਮੈਂ ਇਸ ਕਰਾਂ, ਸ਼ਬਦ ਅੰਦਰੋਂ ਬਾਹਰ ਪ੍ਰਗਟ ਹੁੰਦਾ, ਕਿਸ ਤਰ੍ਹਾਂ ਹੁੰਦਾ? 2-4 ਮਿੰਟ ਲਵਾ ਪੂਰਾ ਖੁਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ, ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ। ਘੜੀ ਮੈਥੋਂ ਅੱਗੇ ਲੱਗ ਜਾਂਦੀ ਹੈ। ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ, ਪਵਨ ਨਾਭੀ ਨਾਲ ਟਕਰਾਂਦੀ। ਪਵਨ ਹਵਾ
ਨਾਭੀ ਨਾਲ ਟਕਰਾਉਣ। ਪਤਾ ਹੈ ਭਾਰਤ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ, ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ? ਧੁਨੀ। ਤੇ ਧੁਨੀ ਦੇ ਆਖਰੀ ਅਰਥ ਕੀ ਨੇ? ਜਿੱਥੋਂ ਧੁਨ ਉੱਠਦੀ, ਧੁਨ ਉੱਠਦੀ, ਧੁਨੀ। ਧੁਨ ਨੂੰ ਜ਼ਬਾਨ ਪ੍ਰਗਟ ਕਰਦੀ ਏ, ਉੱਠਦੀ ਏ ਧੁਨੀ ਤੋਂ, ਹੈ ਨਾਭੀ ਤੋਂ। ਇਸ ਨਾਲ ਤੇ ਹੁਣ ਸਾਇੰਟਿਸਟ ਸਹਿਮਤ ਹੈ। ਜ਼ਬਾਨ ਤੇ ਸਿਰਫ ਪ੍ਰਗਟ ਕਰਦੀ, ਜ਼ਬਾਨ ਤੋਂ ਉੱਠਦੀ ਨਹੀਂ ਹੈ, ਇਤਨੀ ਵੀ ਮਰਜ਼ ਕਰਦੇ हैं। ਜਿਵੇਂ ਕੜਛੀ ਦਾਲ ਪਰੋਸ ਰਹੀ ਹੈ, ਪਰ ਨਿਕਲਦੀ ਤੇ ਬਾਲਟੀ ਚੋਂ ਪਈ ਹੈ, ਭਾਂਡੇ ਚੋਂ ਪਈ ਹੈ, ਪਤੀਲੇ ਚੋਂ ਪਈ ਹੈ। ਸਿਰਫ ਜ਼ਬਾਨ ਇੱਕ ਕੜਛੀ ਹੈ, ਸ਼ਬਦ ਨੂੰ ਬਾਹਰ ਪ੍ਰਗਟ ਕਰ ਰਹੀ ਹੈ, ਤੇ ਵੀ ਮਰਜ਼ ਕਰਦੇ हैं। ਇਹ ਆਵਾਜ਼ ਜ਼ਬਾਨ ਚੋਂ ਨਿਕਲ ਨਹੀਂ ਰਹੀ, ਜ਼ਬਾਨ ਨਹੀਂ ਇਸ ਨੂੰ ਬਣਾ ਰਹੀ, ਜ਼ਬਾਨ ਪ੍ਰਗਟ ਕਰ ਰਹੀ ਹੈ। ਜਿਵੇਂ ਕੜਛੀ ਵੰਡ ਰਹੀ ਹੈ, ਪਰ ਇਹ ਸਭ ਕੁਝ ਕੜਛੀ ਨੇ ਨਹੀਂ ਬਣਾਇਆ, ਵੰਡ ਲੈ ਰਹੀ ਹੈ। ਕੜਛੀ ਚਾਹੀਦੀ ਹੈ, ਜ਼ਬਾਨ ਚਾਹੀਦੀ ਹੈ, ਜ਼ਬਾਨ ਦੀ ਬੜੀ ਵਹਿਮ ਹੈ। ਸ਼ਬਦ ਉੱਠਦਾ ਹੈ ਨਾਭੀ ਤੋਂ, ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ। ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ, ਬੋਲਣਾ ਹੈ, ਕੁਝ ਕਹਿਣਾ ਹੈ, ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭ ਖੁੱਲ੍ਹਦੀ ਹੈ, ਥੋੜ੍ਹੀ ਜਿਹਾ ਖੁੱਲ੍ਹਦੀ ਹੈ, ਇੱਥੋਂ ਧੁਨ ਉੱਠਦੀ ਹੈ, ਇਹਨੂੰ ਕਹਿੰਦੇ ਨੇ ਪਰਾ। ਇਸ ਧੁਨ ਦਾ ਨਾਂ ਹੈ ਪਰਾ। ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਹੈ, ਇਹਨੂੰ ਕਹਿੰਦੇ ਨੇ ਪਸੰਦੀ। ਇੱਥੇ ਇਸ ਨੂੰ ਅੱਖਰ ਮਿਲਦੇ ਨੇ। ਇੱਥੋਂ ਉੱਠ ਕੇ ਪਹੁੰਚਦੀ ਹੈ ਕੰਠ ਤੱਕ, ਪੂਰਾ ਵਾਕ ਬਣ ਜਾਂਦਾ ਹੈ, ਇਹਨੂੰ ਕਹਿੰਦੇ ਨੇ ਮਧਮਾ। ਜ਼ਬਾਨ ਉਸੇ ਨੂੰ ਪ੍ਰਗਟ ਕਰ ਲੈਂਦੀ ਹੈ, ਉਹਨੂੰ ਕਹਿੰਦੇ ਨੇ ਬੈਖਰੀ। ਇਹ ਚਾਰ ਪੜਾਅ ਨੇ, ਬੜੀ ਤੇਜ਼ੀ ਨਾਲ ਅੰਦਰ ਪ੍ਰਕਿਰਤੀ ਕੰਮ ਕਰਦੀ ਹੈ। ਜੋ ਮੇਰੀ ਜ਼ਬਾਨ ਬਾਹਰ ਬੋਲ ਸੁੱਟ ਰਹੀ ਹੈ, ਇਹ ਉੱਠਦੇ ਧੁਨੀ ਤੋਂ ਪਏ, ਫਿਰ ਹਿਰਦੇ ਤੱਕ ਪਹੁੰਚਦੇ ਨੇ, ਤੇ ਅੱਖਰ ਮਿਲਦੇ ਆ, ਫਿਰ ਕੰਠ ਤੱਕ ਪਹੁੰਚਦੇ ਨੇ, ਪੂਰਾ ਵਾਕ ਬਣਦਾ ਹੈ, ਫਿਰ ਜ਼ਬਾਨ ਇਸ ਨੂੰ ਪ੍ਰਗਟ ਕਰਦੀ ਹੈ। ਇਹ ਐਸੀ ਕਿਰਿਆ ਹੈ ਪਰਿਪੂਰਨ ਪਰਮਾਤਮਾ ਨੇ ਸਾਡੇ ਸਰੀਰ ਵਿੱਚ ਬਣਾਈ ਹੈ। ਬਹੁਤ ਵੱਡਾ ਇੰਜੀਨੀਅਰ ਹੈ, ਮਹਾਨ ਗਿਆਤਾ ਹੈ। ਇਸ ਵਾਸਤੇ ਭਾਰਤ ਵਿੱਚ ਨਾਭੀ ਨੂੰ ਧਾਰਮਿਕ ਸ਼ਬਦ ਵਿੱਚ ਨਾਭੀ ਨਹੀਂ ਕਹਿੰਦੇ, ਧੁਨੀ ਕਹਿੰਦੇ ਨੇ, ਧੁਨੀ, ਕਿਉਂਕਿ ਧੁਨ ਉੱਥੋਂ ਉੱਠਦੀ ਹੈ। ਜੈਸੇ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭ ਥੋੜੀ ਖੁੱਲ੍ਹਦੀ ਹੈ, ਇੱਥੋਂ ਆਵਾਜ਼ ਉੱਠ ਰਹੀ ਹੈ। ਇੱਕ ਤਰੀਕੇ ਨਾਲ ਇੰਝ ਕਹਿ ਲਓ, ਇਹ ਇੱਕ ਸਾਜ਼ ਹੈ। 5 ਤਰ੍ਹਾਂ ਦੇ ਸਾਜ਼ ਆਉਂਦੇ ਨੇ, ਇਸ ਵਾਸਤੇ 5 ਸ਼ਬਦ ਕਹਿੰਦੇ ਨੇ, ਤਤ, ਵਿਤ, ਗਣ, ਨਾਦ, ਸੁਗਰ। ਇਹਨਾਂ ਨੂੰ 5 ਸ਼ਬਦ ਕਹਿੰਦੇ ਨੇ। ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ। ਤਤ ਤੰਤੀ, ਸ਼ਬਦ ਜੋ ਚੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ ਦੇ ਆਖਰੀ ਹਰਫ ਵੀ ਚੋਟ, ਇਹਨੇ ਮੈਨੂੰ ਆਹਤ ਕੀਤਾ, ਇਹਨੇ ਮੈਨੂੰ ਚੋਟ ਮਾਰੀ, ਇਹਨੇ ਮੈਨੂੰ ਆਹਤ ਪਹੁੰਚਾਈ ਹੈ, ਪਾਓ ਇਸਨੇ ਮੈਨੂੰ ਚੋਟ ਪਹੁੰਚਾਈ ਹੈ। ਆਹਤ ਦਾ ਮਤਲਬ ਹੈ ਚੋਟ। ਆਹਤ ਸ਼ਬਦ ਦੋ ਚੀਜ਼ਾਂ ਤੇ ਟਕਰਾਓ ਤੋਂ ਚੋਟ ਕੋ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਆਹਤ। ਪਰ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ, ਔਰ ਜਿਸ ਤੋਂ ਸਾਰਾ ਜਗਤ ਆਇਆ ਹੈ, ਉਹਨੂੰ ਕਹਿੰਦੇ ਨੇ ਅਲਾਹਤ। ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ, ਆਬ, ਅਨੀਲ, ਅਨਾਦ, ਅਨਾਹਤ। ਉਹਦੀ ਜਿਹੜੀ ਆਵਾਜ਼ ਹੈ, ਪਰਮਾਤਮਾ ਦੀ ਜਿਹੜੀ ਆਵਾਜ਼ ਹੈ, ਆਹਤ ਨਹੀਂ ਹੈ, ਅਨਾਹਤ ਹੈ। ਪਰਮਾਤਮਾ ਦਾ ਜਿਹੜਾ ਬੋਲ ਹੈ, ਅਨਾਹਤ ਹੈ। ਆਦ, ਅਨੀਲ, ਅਨਾਦ, ਅਨਾਹਤ। ਜੁਗ ਜੁਗ ਏਕ ਹੋਵੇਸ। ਅਨੀਲ, ਉਹਦਾ ਕੋਈ ਰੰਗ ਨਹੀਂ, ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ, ਉਹਦਾ ਕੋਈ ਰੰਗ। ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ, ਉਹਦਾ ਕੋਈ ਆਕਾਰ ਨਹੀਂ। ਸਾਰੇ ਰੂਪ ਉਸੇ ਤੋਂ ਆਉਂਦੇ ਨੇ, ਉਹਦਾ ਕੋਈ ਰੂਪ ਨਹੀਂ। ਅਰੂਪ ਹੈ,
ਅਲੋਪ ਹੈ, ਚਲੋ ਇਸ ਪ੍ਰਕਰਨ ਨੂੰ ਨਾ ਲਈਏ। ਸਾਰੇ ਹੀ ਰੰਗ ਉਸੇ ਤੋਂ ਆਉਂਦੇ ਨੇ, ਪਰ ਉਸਦਾ ਕੋਈ ਰੰਗ ਨਹੀਂ। ਜੁਗ ਜੁਗ ਏਕ ਹੋਵੇ, ਉਸਦਾ ਇੱਕੋ ਹੀ ਵੇਸ ਹੈ। ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ। ਉਸੇ ਇੱਕ ਨਿਰਾਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ, ਤਰ੍ਹਾਂ ਤਰ੍ਹਾਂ ਦੇ ਆਕਾਰ ਜਨਮ ਲੈਂਦੇ ਨੇ। ਉਸੇ ਇੱਕ ਨਿਰਾਕਾਰ ਤੋਂ ਜਿਸਦਾ ਕੋਈ ਰੰਗ ਰੂਪ ਨਹੀਂ, ਤਰ੍ਹਾਂ ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ, ਤਰ੍ਹਾਂ ਤਰ੍ਹਾਂ ਦੇ ਰੰਗ ਜਨਮ ਲੈਂਦੇ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਤਤ ਤੰਤੀ ਸਾਜ਼ਾਂ ਤੋਂ, ਸਿਦਾਰ ਹੈ, ਬੀਨਾ ਹੈ, ਰਬਾਬ ਹੈ, ਦਿਲਰੁਬਾ ਹੈ, ਸਰੰਗੀ ਹੈ, ਵਾਇਲਨ ਹੈ। ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਤਤ ਸ਼ਬਦ ਕਹਿੰਦੇ ਆ। ਵਿਤ ਚਰਮ ਕਾ, ਚਮੜੇ ਦੇ ਮੜੇ ਹੋਏ ਸਾਜ਼, ਢੋਲਕ ਹੈ, ਮੰਜੀਰ ਹੈ, ਤਬਲਾ ਹੈ, ਮਰਲੰਗ ਹੈ, ਢੱਬ ਹੈ, ਇਹਨੂੰ ਵਿਤ ਸ਼ਬਦ ਕਹਿੰਦੇ। ਤਤ ਤੰਤੀ ਵਿਤ ਚਰਮ ਕਾ, ਕਣ ਕਾ ਸੀ ਕਾ ਜਾਨ। ਧਾਤੂਆਂ ਨਾਲ ਧਾਤੂਆਂ ਟਕਰਾਵਣ ਜਿਹੜੇ ਨਾ ਨੇ, ਪਿੱਤਲ ਨਾਲ ਪਿੱਤਲ ਟਕਰਾਏ, ਤਾਂਬੇ ਨਾਲ ਤਾਂਬਾ ਟਕਰਾਏ, ਲੋਹੇ ਨਾਲ ਲੋਹਾ ਟਕਰਾਏ, ਜੋ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਗਣ ਸ਼ਬਦ ਕਹਿੰਦੇ। ਨਾਦ ਸ਼ਬਦ ਘਟ ਕੋ ਕਹੇ, ਘੜੇ ਜੋ ਤੇ ਥਾਪ ਦੇਂਦੇ ਨੇ, ਸਾਜ਼ਾਂ ਦੇ 'ਚ ਇਹ ਵੀ ਵਰਤਿਆ ਜਾਂਦਾ ਹੈ। ਉੱਪਰ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ, ਇਹਨੂੰ ਨਾਦ ਸ਼ਬਦ ਕਹਿੰਦੇ। ਨਾਦ ਸ਼ਬਦ ਘਟ ਕੋ ਕਹੇ, ਸੁਗਰ ਸਵਾਸ ਪਹਿਚਾਨ। ਜੋ ਸਵਾਸਾਂ ਨਾਲ, ਪਮਨ ਦੇ ਫੂਕਣ ਨਾਲ ਵੱਜਦੇ ਔਰ ਸ਼ਹਿਨਾਈ ਹੈ, ਮੁਰਲੀ ਹੈ, ਸੰਖ ਹੈ, ਨਰਸਿੰਘਾ ਹੈ, ਇਹ ਤੇ ਫੂਕਣ ਨਾਲ ਵੱਜਦੇ ਨੇ। ਇਹ ਹਾਰਮੋਨੀਅਮ ਹੈ, ਇਹ ਵੀ ਹਵਾ ਦੇਣੀ ਪੈਂਦੀ। ਹਵਾ ਨਾ ਦਿਓ, ਸੁਰਾਂ ਦੇ 'ਚੋਂ ਆਵਾਜ਼ ਨਹੀਂ ਨਿਕਲੇਗੀ। ਅਸੀਂ ਜੋ ਬੋਲਦੇ ਹਾਂ, ਸਾਡੇ ਕੋਲ ਸੁਗਰ ਸ਼ਬਦ ਹੈ। ਪਵਨ ਨਾਭੀ ਨਾਲ ਟਕਰਾਂਦੀ ਹੈ, ਨਾਭ ਥੋੜੀ ਜਿਹਾ ਖੁੱਲ੍ਹਦੀ ਹੈ, ਉੱਥੋਂ ਧੁਨ ਉੱਠਦੀ ਹੈ, ਇਹਨੂੰ ਕਹਿੰਦੇ ਨੇ ਪਰਾ। ਪਰਾ ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾਂ, ਧੁਨ ਤੇ ਉੱਠੀ ਹੈ ਵਾਕ ਤੋਂ ਬਿਨਾਂ, ਧੁਨ ਤੋਂ ਉੱਠੀ ਹੈ ਸਿਰਫ ਧੁਨ ਹੈ। ਇਸ ਵਾਸਤੇ ਇਹਨੂੰ ਧੁਨੀ ਕਹਿੰਦੇ।